प्यारे विद्यार्थियों, अज असी अभ्यास 11.2 ਇਹਦੇ प्रश्न पहला ਜਿਹੜਾ ਉਹਨੂੰ हल करांगे। प्रश्न ਦੇ ਵਿੱਚ ਕਿਹਾ ਜਾ ਰਿਹਾ ਹੈ एक मेज ਦੇ ਉੱਪਰ सतह ਦਾ ਆਕਾਰ ਸਮਲੰਬ ਵਰਗਾ ਹੈ ਜੇਕਰ ਸਮਾਂਤਰ ਭੁਜਾਵਾਂ 1 ਮੀਟਰ ਅਤੇ 1.2 ਮੀਟਰ ਹੈ ਅਤੇ ਇਹਨਾਂ ਸਮਾਂਤਰ ਭੁਜਾਵਾਂ ਵਿੱਚ ਦੂਰੀ 0.8 ਮੀਟਰ ਹੈ। ਇਸ ਦਾ ਖੇਤਰਫਲ ਪਤਾ ਕਰੋ। ਸਾਡੇ ਸਾਹਮਣੇ एक टेबल आ, ਇਹਦੀ ਉੱਪਰਲੀ ਸਤਹ ਜਿਹੜੀ ਆ ਉਹ ਇੱਕ ਸਮਲੰਬ ਵਰਗੀ ਆ। ਠੀਕ ਆ, ਅਸੀਂ ਹੁਣ ਤੱਕ ਪੜ ਚੁੱਕੇ ਆ ਇਸ ਤਰੀਕੇ ਦੇ ਸਮਲੰਬ ਨੂੰ। ਇਹਦਾ ਅਸੀਂ ਖੇਤਰਫਲ ਕਿਵੇਂ ਪਤਾ ਕੀਤਾ ਸੀ? ਫਾਰਮੂਲਾ ਲਾ ਕੇ 1/2 ਗੁਣਾ ਹਾਈਟ, ਇਹਦੀ ਹਾਈਟ ਗੁਣਾ ਇਹਦੀਆਂ ਸਮਾਂਤਰ ਭੁਜਾਵਾਂ, ਸਮਾਂਤਰ ਭੁਜਾ 1 ਤੇ ਸਮਾਂਤਰ ਭੁਜਾ 2, ਇਹਨੂੰ ਤੇ ਇਹਨੂੰ ਗੁਣਾ ਕਰਕੇ ਅਸੀਂ ਪਿਛਲੀਆਂ ਵੀਡੀਓ ਦੇ ਵਿੱਚ ਇਹਨਾਂ ਨੂੰ ਕਰ ਚੁੱਕੇ ਆ। ਤੁਸੀਂ ਦੇਖ ਸਕਦੇ ਹੋ ਕਿ ਇਸ ਟੇਬਲ ਦੀ ਜਿਹੜੀ ਉੱਪਰਲੀ ਸਤਹ ਆ ਉਹ ਵੀ ਇੱਕ ਸਮਲੰਬ ਵਰਗੀ ਆ। ਸੋ ਅਸੀਂ ਇਹਦਾ ਹੁਣ ਖੇਤਰਫਲ ਪਤਾ ਕਰਾਂਗੇ। ਸਭ ਤੋਂ ਪਹਿਲਾਂ ਸਾਨੂੰ ਦਿੱਤਾ ਹੋਇਆ ਆ ਉਹਨਾਂ ਨੇ ਕਿ ਮੇਜ਼ ਜਿਹੜਾ ਆ ਉਹਦੀ ਉੱਪਰਲੀ ਸਤਹ ਦਾ ਆਕਾਰ ਜਿਹੜਾ ਉਹ ਸਮਲੰਬ ਵਰਗਾ ਆ। ਠੀਕ ਆ, ਸਾਡੇ ਸਾਹਮਣੇ ਉਹਦੀ ਇੱਕ ਸਮਾਂਤਰ ਭੁਜਾ ਦਿੱਤੀ ਹੋਈ ਆ ਤੇ ਦੂਸਰੀ ਸਮਾਂਤਰ ਭੁਜਾ ਦਿੱਤੀ ਹੋਈ ਆ। ਇੱਕ ਸਮਾਂਤਰ ਭੁਜਾ ਜਿਹੜੀ ਆ ਉਹਨੂੰ ਅਸੀਂ ਮੰਨ ਲਵਾਂਗੇ A, ਜੋ ਕਿ ਹੋਏਗੀ 0.2 ਮੀਟਰ। ਦੂਸਰੀ ਸਮਾਂਤਰ ਭੁਜਾ ਉਹਨੂੰ ਮੰਨ ਲਵਾਂਗੇ ਆਪਾਂ B, ਜੋ ਕਿ ਹੋਏਗੀ 1 ਮੀਟਰ। ਇਹਨਾਂ ਦੋਨਾਂ ਸਮਾਂਤਰ ਭੁਜਾਵਾਂ ਦੇ ਵਿੱਚ ਜਿਹੜੀ ਆਪਸੀ ਦੂਰੀ ਹੁੰਦੀ ਆ ਉਹਨੂੰ ਅਸੀਂ ਕਹਿੰਦੇ ਆ ਹਾਈਟ, ਕਿਉਂਕਿ ਇਹ ਇੱਥੇ 90 ਡਿਗਰੀ ਦਾ ਕੋਣ ਬਣਾਉਂਦੀ ਆ। ਉਹਨੂੰ ਅਸੀਂ ਹਾਈਟ ਮੰਨਦੇ ਆ, ਉਹਨੂੰ ਅਸੀਂ h ਲਿਖ ਲਵਾਂਗੇ ਤੇ 0.8 ਸਾਨੂੰ ਦਿੱਤੀ ਹੋਈ ਆ। ਹੁਣ ਅਸੀਂ ਪਤਾ ਕਰਨਾ ਹੈ ਇਸ ਸਾਰੀ ਉੱਪਰਲੀ ਸਤਹ ਦਾ ਖੇਤਰਫਲ। ਸੋ ਅਸੀਂ ਲਿਖ ਲਵਾਂਗੇ मेज दी उपरी सतह दा आकार बराबर हैगा आ समलंब दे खेत्रफल दे, समलंब दे खेत्रफल दे। सो समलंब दा खेत्रफल सानू पता कितना हुंदा है 1/2 गुणा हाइट गुणा A प्लस B, मतलब समांतर रेखा 1 ते समांतर रेखा नंबर 2 गुणा हाइट जिहड़ा इत्थे 90 डिग्री दा कोण बना रहा हुंदा है। हुण सानू इन्हां सारियां दी वैल्यू जिहड़ी आ ओह पता आ। H दी वैल्यू जिहड़ी आ 0.8 आ, A दी वैल्यू जिहड़ी आ ओह 1.2 आ ते B दी वैल्यू सानू पता आ किन्नी आ 1। ਜਦੋਂ ਅਸੀਂ ਇਹਨੂੰ ਹੱਲ ਕਰਾਂਗੇ ਤਾਂ ਸਭ ਤੋਂ ਪਹਿਲਾਂ ਅਸੀਂ ਬ੍ਰੈਕਟ ਵਾਲਿਆਂ ਨੂੰ ਜਮਾ ਕਰਾਂਗੇ। ਇੱਕ ਦੇ ਵਿੱਚ ਇੱਕ ਜਮਾ ਕੀਤਾ, ਸਾਡੇ ਕੋਲ ਹੋ ਗਿਆ 2.2। ਉਸ ਤੋਂ ਬਾਅਦ ਹੁਣ ਇਹ ਦੋਨੋਂ ਆਪਸ ਦੇ ਵਿੱਚ ਮਲਟੀਪਲਾਈ ਹੋ ਜਾਣਗੇ। ਇਹਨਾਂ ਦੋਵਾਂ ਨੂੰ ਗੁਣਾ ਕਰਨ ਤੇ ਸਾਡੇ ਕੋਲ ਉੱਤਰ ਆ ਜਾਂਦਾ ਆ 0.8 ਨੂੰ ਅਸੀਂ 2.2 ਨਾਲ ਜਦੋਂ ਮਲਟੀਪਲਾਈ ਕੀਤਾ ਸਾਡੇ ਕੋਲ ਉੱਤਰ ਆ ਜਾਂਦਾ ਆ 1.76 ਨੂੰ ਹੁਣ ਅਸੀਂ 2 ਦੇ ਨਾਲ ਭਾਗ ਕਰਾਂਗੇ। ਇਹਨੂੰ ਅਸੀਂ ਇਸ ਤਰੀਕੇ ਨਾਲ ਵੀ ਕਰ ਸਕਦੇ ਹਾਂ ਕਿ ਪੁਆਇੰਟ ਤੋਂ ਬਾਅਦ 2 ਅੱਖਰ ਨੇ, ਅਸੀਂ ਥੱਲੇ ਕੀ ਲਾ ਸਕਦੇ ਹਾਂ 2 ਜ਼ੀਰੋਆਂ ਤੇ ਗੁਣਾ ਕਰ ਸਕਦੇ ਹਾਂ 1/2 ਦੇ ਨਾਲ। ਹੁਣ ਇਹਨੂੰ ਆਪਸ ਦੇ ਵਿੱਚ ਕਟਿੰਗ ਕਰਨ ਤੋਂ ਬਾਅਦ ਸਾਡੇ ਕੋਲ ਉੱਤਰ ਆ ਜਾਵੇਗਾ 0.88 ਮੀਟਰ ਦੀ ਸਕੁਅਰ। ਸੋ ਅਸੀਂ ਆਪਣਾ ਪਹਿਲਾ ਸਮ ਜਿਹੜਾ ਆ ਉਹਨੂੰ ਸੋਲਵ ਕਰ ਚੁੱਕੇ ਹਾਂ। ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਇਹਦੀ ਸਮਝ ਲੱਗ ਚੁੱਕੀ ਹੋਵੇਗੀ। ਹੁਣ ਅਸੀਂ ਅਗਲਾ ਕੁਐਸਚਨ ਜਿਹੜਾ ਉਹਨੂੰ ਕਰਾਂਗੇ। ਦੂਸਰੇ ਪ੍ਰਸ਼ਨ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇੱਕ ਸਮਲੰਬ ਦਾ ਖੇਤਰਫਲ 34 ਮੀਟਰ ਦੀ ਸਕੁਅਰ ਸੈਂਟੀਮੀਟਰ ਦੀ ਸਕੁਅਰ ਹੈ। ਉਸ ਦੀ ਉਚਾਈ 4 ਸੈਂਟੀਮੀਟਰ ਹੈ। ਸਮਾਂਤਰ ਭੁਜਾਵਾਂ ਵਿੱਚੋਂ ਇੱਕ ਦੀ ਲੰਬਾਈ 10 ਸੈਂਟੀਮੀਟਰ ਹੈ। ਦੂਸਰੀ ਸਮਾਂਤਰ ਭੁਜਾ ਦੀ ਲੰਬਾਈ ਪਤਾ ਕਰੋ। ਸਾਡੇ ਕੋਲ ਇਸ ਤਰੀਕੇ ਦਾ ਸਾਡੇ ਕੋਲ ਇੱਕ ਸਮਲੰਬ ਦਾ ਖੇਤਰਫਲ ਆ। ਠੀਕ ਹੈ, ਉਹਦਾ ਪੂਰਾ ਖੇਤਰਫਲ ਜਿਹੜਾ ਆ ਇਹ ਸਾਰਾ ਏਰੀਆ ਜਿਹੜਾ ਆ ਉਹ ਕਿੰਨਾ ਹੈਗਾ ਆ 34 ਮੀਟਰ ਦੀ ਸਕੁਅਰ।
34 मीटर दी स्क्वायर। ये सारा एरिया जड़ा आ खेत्रफल है वो दिता होया सानू 34 मीटर दी स्क्वायर। अगे सानू कह रहा कि इसकी उचाई 4 सेंटीमीटर है। मतलब जिथे ये दोनों समांतर भुजावां मिल के 90 डिग्री का कोण बनाउंदियां होण उहनूं असीं मन्नांगे इहदी उचाई यानी कि हाइट। ये 4 सेंटीमीटर दिती हुई आ। समांतर भुजावां विचों एक दी लंबाई हैगी आ 10 सेंटीमीटर। समांतर भुजा 1 ते समांतर भुजा 2 इन्हां विचों एक दी लंबाई उन्होंने दिती हुई है सानू 10 सेंटीमीटर। दूसरी समांतर भुजा दी लंबाई पता करो। मतलब असीं ये जिहड़ी दूसरी समांतर भुजा आ इहनूं असीं पता करांगे। सब तो पहलां सानू पता आ कि एक समलंब दा खेत्रफल जिहड़ा आ वो असीं किवें पता कर सकदे हां। समलंब दा खेत्रफल किवें पता करते हैं? 1/2 गुणा हाइट समांतर भुजा 1 ते समांतर भुजा 2 इन्हां दोवां नूं कर देवांगे आपां जमा। हुण हाइट साडे कोल किन्नी आ 4 सेंटीमीटर। ए साडे कोल किन्ना आ 10 सेंटीमीटर ते बी असीं लभना आ। सानू समलंब दा खेत्रफल दिता होया आ 34। उस तो बाद एच की वैल्यू सानू दिती हुई है 4। उस तो बाद ए की वैल्यू सानू दिती हुई है 10। बी असी पता करना है। सो असी की करांगे ए इत्थे कट हो रहे हैं आपस दे विच 2 2 जा 4 हुंदा है। इत्थे इन्हां दी कटिंग होगी आपस दे विच। ठीक है। सो हुण असी की करांगे इन्हां नूं अगे लिख देवांगे इस तरीके दे नाल। उस तो बाद 2 इधर मल्टीप्लाई हो रहा, जे इहनूं असीं इधर लै जावांगे तो ये की हो जाएगा भाग, मतलब डिवाइड हो जाएगा। साडे कोल इधर की बच जाएगा 10 प्लस बी। इन्हां नूं जदों आपस दे विच कट्टिया 2 1 जा 2 इत्थे बच गया 14 2 7 जा 14 मतलब 17। साडे कोल बच गया 17 बराबर है 10 प्लस बी। हुण 10 इधर प्लस हो रहा है। सानू पता है जिहड़ी चीज़ इधर प्लस हुंदी होवे जे उहनूं इक्वल टू तो इधरले हाथ लिया जाइए तो हो जांदी आ माइनस। 17 विचों 10 जदों असीं माइनस कीते साडे कोल बच गया 7। मतलब साडे कोल बी दी वैल्यू आ गई, बी दी वैल्यू साडे कोल आ गई 7 सेंटीमीटर। असीं लिख सकते हैं कि बी साडे कोल हैगी आ 7 सेंटीमीटर। ये साडी वैल्यू आ गई साडे कोल 7 मीटर, सॉरी सेंटीमीटर। बी दी वैल्यू साडे कोल आ गई 7 सेंटीमीटर। बी दी वैल्यू साडे कोल हुण आ चुकी आ 7 सेंटीमीटर। सो असीं इत्थे लिख देवांगे 7 सेंटीमीटर। हुण असीं अपना दूसरा प्रश्न भी हल कर चुके हाँ। हुण असीं तीसरा प्रश्न जिहड़ा उहनूं करांगे। तीसरे प्रश्न दे विच पुछया गया आ कि एक समलंब दे आकार दे खेत ABCD दी वाड़ दी लंबाई 120 मीटर है। जेकर BC 48 मीटर होवे, CD 17 मीटर होवे, AD 40 मीटर हन तां इस खेत दा खेत्रफल पता करो। इहदे सामने सानू जिहड़ा आ उन्हां ने खेत बना के दिता होया है। ठीक है। ABCD एक खेत्रफल है। ठीक है। इस खेत्रफल दे विच उन्हां ने इहदी वाड़ मतलब इहदी पूरी लंबाई जिहड़ी आ वो 120 मीटर दिती हुई आ। वाड़ दा मतलब इहदा परिमाप सानू कितना दिता होया है 120 मीटर। BC दी लंबाई साडे कोल आ गई है 48 मीटर। CD दी लंबाई साडे कोल आ गई है 17 मीटर। AD दी लंबाई आ गई है साडे कोल 40 मीटर। इस खेत दा खेत्रफल पता करो। उहदे लई सानू AB दा पता होना जरूरी है क्योंकि ये इत्थे आके 90 डिग्री का कोण बना रहा है। इहदा मतलब ये साडा हैगा आ H हाइट आ, A दी ऊंचाई आ। खेत्रफल पता करने लई सानू ऊंचाई का पता होना जरूरी है। इस करके असीं इहनूं परिमाप की सहायता दे नाल पता करांगे। प्रश्न है साडा तीसरा, उत्तर असीं इहदा पता करांगे। सानू पता आ कि परिमाप जिहड़ा आ वो जिन्नियां भुजावां होण सारियां नूं जोड़न ते साडे कोल जिहड़ा आ आउंदा है। हुण साडे कोल भुजावां हैगियां ने AB BC प्लस CD प्लस DA। परिमाप सानू दिता होया आ 120 मीटर। AB दी लंबाई सानू नहीं पता, BC सानू पता है कितनी हैगी आ 48, CD सानू पता हैगी आ 17 ते DA सानू पता कितनी हैगी आ 40।
ਉਸ ਤੋਂ ਬਾਅਦ ਇਹਨਾਂ ਤਿੰਨਾਂ ਨੂੰ ਪਲੱਸ ਕਰਨ ਤੇ ਸਾਡੇ ਕੋਲ ਆ ਜਾਂਦਾ ਆ 105 120 ਦੇ ਵਿੱਚੋਂ ਹੁਣ ਅਸੀਂ 105 ਨੂੰ ਕਰਾਂਗੇ ਘਟਾਓ। ਕਿਉਂ ਕਰਾਂਗੇ? ਕਿਉਂਕਿ AB ਦੇ ਨਾਲ ਇੱਧਰ ਇਹ ਪਲੱਸ ਹੋ ਰਿਹਾ, ਜਦੋਂ ਇਹ ਇਕੁਅਲ ਟੂ ਤੋਂ ਇੱਧਰਲੇ ਹੱਥ ਚੱਲ ਜਾਏਗਾ 120 ਵਾਲੀ ਸਾਈਡ ਤੇ, ਤਾਂ ਇਹ ਕੀ ਹੋ ਜਾਏਗਾ ਫਿਰ ਘਟਾਓ। ਇਹਨਾਂ ਨੂੰ ਘਟਾਉਣ ਤੇ ਸਾਡੇ ਕੋਲ ਉੱਤਰ ਆ ਜਾਂਦਾ ਆ 15 ਮੀਟਰ। 15 ਮੀਟਰ ਆਵੇਗਾ ਕਿਉਂਕਿ ਸਾਨੂੰ ਸਾਰੀਆਂ ਭੁਜਾਵਾਂ ਮੀਟਰ ਦੇ ਵਿੱਚ ਦਿੱਤੀਆਂ ਹੋਈਆਂ ਨੇ। ਹੁਣ ਸਾਡੇ ਕੋਲ AB ਦੀ ਵੈਲਿਊ ਮਤਲਬ ਸਾਡੇ ਕੋਲ ਹਾਈਟ ਆ ਗਈ ਸਾਡੀ 15, ਹਾਈਟ ਆ ਗਈ ਸਾਡੇ ਕੋਲ ਸਾਡੀ 15 ਮੀਟਰ। ਹੁਣ ਅਸੀਂ ਇਹਦਾ ਖੇਤਰਫਲ ਪਤਾ ਕਰ ਸਕਦੇ ਹਾਂ। ਖੇਤਰਫਲ ਕਿਹਦਾ ਖੇਤਰਫਲ ਪਤਾ ਕਰਨਾ ਹੈ ਆਪਾਂ? ਖੇਤ ਦਾ। ਅਸੀਂ ਲਿਖ ਦਵਾਂਗੇ ਖੇਤ ਦਾ ਖੇਤਰਫਲ ਕਿੰਨਾ ਆਵੇਗਾ? 1/2 ਗੁਣਾ ਹਾਈਟ A plus B। 1/2 ਹਾਈਟ ਸਾਡੇ ਕੋਲ ਹੁਣੇ ਆਈ ਕਿੰਨੀ? 15। ਉਸ ਤੋਂ ਬਾਅਦ A ਤੇ B। ਹੁਣ A ਤੇ B ਜਿਹੜੀ ਆ ਸਾਨੂੰ ਪਤਾ ਆ ਕਿ ਜਿੱਥੇ ਸਮਲੰਬ ਜਿਹੜਾ ਆ 90 ਡਿਗਰੀ ਦਾ ਐਂਗਲ ਬਣਾਉਂਦਾ ਹੋਵੇ ਉਹ ਹੁੰਦੀ ਆ ਉਹਦੀ ਉਚਾਈ, ਤੇ ਇਹਦੀਆਂ ਸਮਾਂਤਰ ਰੇਖਾਵਾਂ ਕਿਹੜੀਆਂ ਨੇ? ਦੋ, AD ਤੇ BC। ਇਹ ਇਹਦੀਆਂ ਸਮਾਂਤਰ ਰੇਖਾਵਾਂ ਨੇ, ਇਸ ਕਰਕੇ ਆਪਾਂ A ਮੰਨ ਲਵਾਂਗੇ 40 ਨੂੰ ਤੇ B ਮੰਨ ਲਵਾਂਗੇ ਆਪਾਂ BC ਨੂੰ 48 ਨੂੰ, ਕਿਉਂਕਿ ਇਹੋ ਹੀ ਦੋ ਸਮਾਂਤਰ ਭੁਜਾਵਾਂ ਨੇ। ਹੁਣ ਜਦੋਂ ਇਹਨਾਂ ਨੂੰ ਅਸੀਂ ਹੱਲ ਕਰਾਂਗੇ 48 ਦੇ ਵਿੱਚ 40 ਨੂੰ ਪਲੱਸ ਕੀਤਾ ਜਦੋਂ ਆਪਾਂ, ਸਾਡੇ ਕੋਲ ਉੱਤਰ ਆ ਗਿਆ 88। ਹੁਣ 2 ਨੂੰ ਅਸੀਂ 88 ਨਾਲ ਕੱਟ ਸਕਦੇ ਹਾਂ। 2 4 ਜਾਂ 8 ਤੇ 2 4 ਜਾਂ 8। ਹੁਣ ਸਾਡੇ ਕੋਲ ਸਿਰਫ ਬਚਿਆ 15 ਗੁਣਾ 44। 15 ਨੂੰ ਜਦੋਂ ਅਸੀਂ 44 ਨਾਲ ਗੁਣਾ ਕਰਾਂਗੇ ਤੇ ਸਾਡੇ ਕੋਲ ਉੱਤਰ ਆਵੇਗਾ 15 ਨੂੰ ਅਸੀਂ 44 ਨਾਲ ਜਦੋਂ ਅਸੀਂ ਗੁਣਾ ਕੀਤਾ ਤਾਂ 4 5 ਜਾਂ 20, 4 1 ਜਾਂ 4, 5 ਤੇ 6 60 ਇੱਥੇ ਆਵੇਗਾ। ਉਸੇ ਤਰ੍ਹਾਂ ਹੀ 4 5 ਜਾਂ ਕੀ ਆਵੇਗਾ 20, 4 1 ਜਾਂ 4, 5 ਤੇ 6 60 ਇੱਥੇ ਆਵੇਗਾ। ਸਾਡੇ ਕੋਲ ਉੱਤਰ ਆ ਜਾਵੇਗਾ 660 ਮੀਟਰ ਦੀ ਸਕੁਅਰ। ਮੀਟਰ ਦੀ ਸਕੁਅਰ ਕਿਉਂ ਆਵੇਗਾ? ਕਿਉਂਕਿ ਖੇਤਰਫਲ ਹਮੇਸ਼ਾ ਸਕੁਅਰ ਦੇ ਵਿੱਚ ਹੁੰਦਾ ਆ। ਸੋ ਇਹ ਸਾਡਾ ਆ ਗਿਆ ਉੱਤਰ ਪ੍ਰਸ਼ਨ ਨੰਬਰ 3 ਦਾ। ਹੁਣ ਅਸੀਂ ਹੱਲ ਕਰਾਂਗੇ ਪ੍ਰਸ਼ਨ ਨੰਬਰ 4। ਇੱਕ ਚਤੁਰਭੁਜ ਆਕਾਰ ਦੇ ਖੇਤ ਦਾ ਵਿਕਰਨ 24 ਮੀਟਰ ਹੈ। ਬਾਕੀ ਸਨਮੁਖ ਸਿਖਰਾਂ ਤੋਂ ਇਸ ਦੇ ਵਿਕਰਨ ਤੇ ਖਿੱਚੇ ਗਏ ਲੰਬ 8 ਮੀਟਰ ਅਤੇ 13 ਮੀਟਰ ਹਨ। ਖੇਤ ਦਾ ਖੇਤਰਫਲ ਪਤਾ ਕਰੋ। ਸਾਡੇ ਸਾਹਮਣੇ ਉਹਨਾਂ ਨੇ ਡਾਇਗਰਾਮ ਬਣਾ ਕੇ ਦਿੱਤੀ ਹੋਈ ਆ। ਚਤੁਰਭੁਜ ਆ, ਇਹ ਇੱਕ ਚਤੁਰਭੁਜ ਆ। ਹੁਣ ਅਸੀਂ ਸਮਲੰਬ ਨਹੀਂ, ਅਸੀਂ ਹੁਣ ਚਤੁਰਭੁਜ ਨੂੰ ਹੱਲ ਕਰਦੇ ਪਏ ਆ। ਚਤੁਰਭੁਜ ਹੁੰਦੀ ਆ ਇਸ ਤਰੀਕੇ ਦੀ, ਇਸ ਤਰੀਕੇ ਦੀ ਸਾਡੇ ਕੋਲ ਇੱਕ ਚਤੁਰਭੁਜ ਆ। ਠੀਕ ਹੈ, ਹਾਂਜੀ। ਇਹਦੇ ਵਿੱਚ ਜਿੱਥੋਂ ਸਿੱਧੀ ਹਾਈਟ ਜਿਹੜੀ ਆ ਰਹੀ ਆ, ਮਤਲਬ ਜਿੱਥੋਂ ਇਹ ਸਿੱਧੀ 90 ਡਿਗਰੀ ਦਾ ਕੋਣ ਬਣਾ ਰਹੀ ਆ, ਇੱਥੋਂ ਸਿੱਧਾ 90 ਡਿਗਰੀ ਦਾ ਇੱਥੇ ਕੋਣ ਬਣ ਰਿਹਾ ਨਾ, ਇਹ ਇਹਦੀ ਹੋ ਗਈ ਉਚਾਈ। ਇਹ ਹੈਗੀ ਆ ਸਾਡੇ ਕੋਲ 13 ਮੀਟਰ। ਉਸ ਤੋਂ ਬਾਅਦ ਇਹ ਹੈਗਾ ਉਹਦਾ ਵਿਕਰਨ। ਵਿਕਰਨ ਜਿਹੜੇ ਇਹਨੂੰ ਦੋ ਭਾਗਾਂ ਦੇ ਵਿੱਚ ਵੰਡਦੇ ਆ ਬਰਾਬਰ। ਠੀਕ ਹੈ, ਵਿਕਰਨ ਜਿਹੜਾ ਆ ਉਹਦਾ ਹੈਗਾ ਆ 24 ਮੀਟਰ। ਇਹਨੂੰ ਅਸੀਂ 24 ਮੀਟਰ ਮੰਨਾਂਗੇ। ਉਸ ਤੋਂ ਬਾਅਦ ਜਿਹੜੀ ਨੀਚੇ ਵਾਲੀ ਜਿਹੜੀ ਤ੍ਰਿਭੁਜ ਆ, ਉਹ ਵੀ ਇੱਕ ਜਿਹੜਾ ਆ ਹਾਈਟ ਉਹ ਦਰਸਾਉਂਦੀ ਪਈ ਆ। ਇਹ ਹੈਗੀ ਆ ਸਾਡੇ ਕੋਲ 8 ਮੀਟਰ, ਜਿੱਥੇ 90 ਡਿਗਰੀ ਦਾ ਕੋਣ ਬਣਾ ਰਹੀ ਆ। ਠੀਕ ਹੈ, ਇਹ ਹੈਗੀ ਆ ਸਾਡੀ 8 ਮੀਟਰ। ਅਸੀਂ ਪਤਾ ਕੀ ਕਰਨਾ ਆ, ਇਸ ਪੂਰੀ ਜਿਹੜੀ ਚਤੁਰਭੁਜ ਦੇ ਆਕਾਰ ਦੀ ਖੇਤ ਆ ਉਹਦਾ ਅਸੀਂ ਪਤਾ ਕਰਨਾ ਆ ਖੇਤਰਫਲ। ਮਤਲਬ ਇਹ ਸਾਰਾ ਏਰੀਆ ਜਿਹੜਾ ਉਹ ਅਸੀਂ ਪਤਾ ਕਰਾਂਗੇ। ਉਹਦੇ ਲਈ ਅਸੀਂ ਕੀ ਕਰਾਂਗੇ ਕਿ ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਆ ਕਿ ਚਤੁਰਭੁਜ ਦਾ ਖੇਤਰਫਲ ਪਤਾ ਕਰਨ ਦਾ ਫਾਰਮੂਲਾ ਕੀ ਆ। ਸਾਡੇ ਕੋਲ ਚਤੁਰਭੁਜ ਆਕਾਰ ਦਾ ਖੇਤਰਫਲ ਜਿਹੜਾ ਆ ਉਹ ਕਿਵੇਂ ਪਤਾ ਅਸੀਂ ਕਰਦੇ ਆ? 1/2 ਗੁਣਾ ਵਿਕਰਨ ਗੁਣਾ
ਉਚਾਈ 1 ਗੁਣਾ ਉਚਾਈ 2। ਵਿਕਰਨ ਵਿਕਰਨ ਜਿਹੜਾ ਸਾਡਾ ਇਹ ਵਾਲਾ ਹੋ ਗਿਆ। ਠੀਕ ਹੈ, ਇੱਥੋਂ ਅਸੀਂ ਡਾਇਗਰਾਮ ਤੋਂ ਵੀ ਸਮਝ ਸਕਦੇ ਹਾਂ ਤੇ ਇੱਥੋਂ ਅਸੀਂ ਇਸ ਚਤੁਰਭੁਜ ਦੀ ਸਹਾਇਤਾ ਨਾਲ ਵੀ ਸਮਝ ਸਕਦੇ ਹਾਂ ਕਿ ਇੱਕ ਤਾਂ ਹੋ ਗਿਆ ਸਾਡਾ ਇਹ ਵਾਲਾ ਵਿਕਰਨ, ਦੂਸਰਾ ਹੋ ਗਿਆ ਸਾਡੀ ਇੱਕ ਉਚਾਈ, ਤੀਸਰਾ ਹੋ ਗਿਆ ਸਾਡੀ ਤੀਸਰੀ ਉਚਾਈ। ਇਹਨਾਂ ਤਰੀਕਿਆਂ ਦੇ ਨਾਲ ਅਸੀਂ ਇਸ ਖੇਤ ਦਾ ਖੇਤਰਫਲ ਜਿਹੜਾ ਹੈ ਉਹ ਅਸੀਂ ਪਤਾ ਕਰ ਸਕਦੇ ਹਾਂ। ਹੁਣ ਸਾਨੂੰ ਪਤਾ ਲੱਗ ਗਿਆ ਆ ਕਿ ਅਸੀਂ ਵਿਕਰਨ ਨੂੰ ਜਿਹੜਾ ਆ ਇਹ ਜਿਹੜਾ ਵਿਕਰਨ ਆ ਉਹਨੂੰ ਅਸੀਂ ਡੀ ਨਾਲ ਡਿਨੋਟ ਕਰਦੇ ਆ। ਇਹਨੂੰ ਅਸੀਂ ਡੀ ਲਿਖ ਲਵਾਂਗੇ। ਉਚਾਈ 1 ਪਹਿਲੀ ਜਿਹੜੀ ਉਚਾਈ ਆ ਉਹਨੂੰ ਅਸੀਂ ਲਿਖਾਂਗੇ ਹਾਈਟ 1 ਕਿਉਂਕਿ ਇੱਥੇ 90 ਡਿਗਰੀ ਦਾ ਐਂਗਲ ਬਣਾ ਰਹੀ ਆ ਤੇ ਇਹ ਵੀ ਇੱਥੇ ਇੱਕ 90 ਡਿਗਰੀ ਦਾ ਐਂਗਲ ਬਣਾ ਰਹੀ ਆ, ਤਾਂ ਹੀ ਅਸੀਂ ਇਹਨਾਂ ਨੂੰ ਉਚਾਈਆਂ ਮੰਨਿਆ ਆ। ਇਹਨੂੰ ਅਸੀਂ ਮੰਨ ਲਵਾਂਗੇ ਹਾਈਟ 1 ਤੇ ਇਹਨੂੰ ਅਸੀਂ ਮੰਨ ਲਵਾਂਗੇ ਹਾਈਟ 2। ਹੁਣ ਇਹਨਾਂ ਸਾਰਿਆਂ ਦੀ ਵੈਲਿਊ ਸਾਨੂੰ ਪਤਾ ਆ। ਡੀ ਦੀ ਵੈਲਿਊ ਹੈਗੀ ਆ ਸਾਡੇ ਕੋਲ 24, ਹਾਈਟ 1 ਸਾਡੇ ਕੋਲ ਹੈਗੀ ਆ 13 ਮੀਟਰ, ਹਾਈਟ 2 ਸਾਡੇ ਕੋਲ ਹੈਗੀ ਆ 8 ਮੀਟਰ। ਸਾਡੇ ਕੋਲ ਸਾਰੀਆਂ ਵੈਲਿਊਜ਼ ਆ ਗਈਆਂ। ਹੁਣ 2 ਨੂੰ ਅਸੀਂ 24 ਨਾਲ ਕੱਟ ਸਕਦੇ ਹਾਂ। 2 1 ਜਾਂ 2, 2 2 ਜਾਂ 4, ਬਾਹਰ ਕੀ ਆ ਗਿਆ 12। 13 ਤੇ 8 ਇਹਨਾਂ ਦੋਵਾਂ ਨੂੰ ਕਰ ਦੇਵਾਂਗੇ ਆਪਾਂ ਜਮਾ ਕਰਨ ਤੇ ਸਾਡੇ ਕੋਲ ਆ ਗਿਆ 21। ਹੁਣ ਇਹ ਦੋਨੋਂ ਹੋ ਗਿਆ ਆਪਸ ਦੇ ਵਿੱਚ ਗੁਣਾ, ਇਹਨਾਂ ਦੋਵਾਂ ਨੂੰ ਆਪਸ ਦੇ ਵਿੱਚ ਮਲਟੀਪਲਾਈ ਕਰਨ ਤੇ ਸਾਡੇ ਕੋਲ ਉੱਤਰ ਆ ਗਿਆ 225 ਮੀਟਰ ਦੀ ਸਕੁਅਰ। ਸਾਡੇ ਕੋਲ ਚਤੁਰਭੁਜ ਦੇ ਆਕਾਰ ਦਾ ਖੇਤਰਫਲ ਕਿੰਨਾ ਆ ਗਿਆ 225 ਮੀਟਰ ਦੀ ਸਕੁਅਰ। ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਪਹਿਲੇ 4 ਸਮ ਜਿਹੜੇ ਉਹ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਸੋ ਤੁਸੀਂ ਸਾਰੇ ਹੁਣ ਆਪਣੇ ਘਰਾਂ ਵਿੱਚ ਬੈਠ ਕੇ ਇਹਨਾਂ ਨੂੰ ਹੱਲ ਕਰੋ ਤੇ ਉਸ ਤੋਂ ਬਾਅਦ ਆਪਣਾ ਕੰਮ ਜਿਹੜਾ ਹੈ ਆਪਣੇ ਅਧਿਆਪਕ ਦੇ ਨਾਲ ਸ਼ੇਅਰ ਕਰੋ। ਧੰਨਵਾਦ।